ਸਭ ਤੋਂ ਪਹਿਲਾਂ ਬੇਟਾ ਸਾਰੇ ਹੀ ਸਟੂਡੈਂਟਸ ਦਾ ਅੱਜ ਦੀ ਕਲਾਸ ਦੇ ਵਿੱਚ ਬਹੁਤ-ਬਹੁਤ ਵੈਲਕਮ। ਔਰ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬਹੁਤ ਹੀ ਜ਼ਰੂਰੀ ਸੂਚਨਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ। ਜਿਵੇਂ ਕਿ ਬੇਟਾ ਤੁਹਾਨੂੰ ਪਤਾ ਹੈ ਜਿਹੜਾ ਸਾਡਾ ਟਰਮ 1 ਐਗਜ਼ਾਮ ਹੈ ਉਸ ਦੇ ਵਿੱਚ 40 ਮਾਰਕਸ ਦੇ MCQ ਹੈ, ਜਿਹੜੇ ਮਲਟੀਪਲ ਚੋਇਸ ਕੁਐਸਚਨ ਹੈ ਸਾਨੂੰ ਪੁੱਛੇ ਜਾਣਗੇ। ਔਰ ਜਿਹੜੇ ਚੈਪਟਰ ਬੇਟਾ ਮੈਥ ਦੇ ਤੁਹਾਨੂੰ ਇਸ ਫਸਟ ਟਰਮ ਐਗਜ਼ਾਮ ਦੇ ਵਿੱਚ ਅਸੈਂਬਲ ਹੋਏ ਆ, ਜਿਹਨਾਂ ਦੇ ਵਿੱਚੋਂ ਸਾਨੂੰ ਕੁਐਸਚਨ ਆਉਣੇ ਆ, ਸਾਰੇ ਹੀ ਚੈਪਟਰ ਦੀ ਬੇਟਾ ਜਿਹੜੀ ਪੂਰੀ ਤਿਆਰੀ ਇਸ YouTube ਚੈਨਲ ਸਹਿਜ ਸਟੱਡੀ ਦੇ ਉੱਪਰ ਤੁਹਾਨੂੰ ਕਰਵਾਈ ਜਾਊਗੀ। ਜਿੰਨੇ ਵੀ ਤੁਹਾਡੇ ਸਾਥੀ ਹੈ, ਕਲਾਸਮੇਟ ਹੈ, ਉਹਨਾਂ ਨਾਲ ਬੇਟਾ ਇਸ ਚੈਨਲ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਾਰੇ ਬੱਚੇ ਆਪਣੇ ਨਾਲ ਜੁੜ ਸਕਣ ਔਰ ਵਧੀਆ ਨੰਬਰਾਂ ਦੇ ਨਾਲ ਤੁਸੀਂ ਸਾਰੇ ਹੀ ਪਾਸ ਹੋ ਸਕੋ। ਤਾਂ ਆਓ ਸ਼ੁਰੂ ਕਰਦੇ ਹਾਂ ਆਪਾਂ ਅੱਜ ਪਹਿਲਾ ਚੈਪਟਰ ਸਾਡਾ ਵਾਸਤਵਿਕ ਸੰਖਿਆਵਾਂ। ਸਾਡਾ ਜਿਹੜਾ 10th ਕਲਾਸ ਦਾ ਬੇਟਾ ਪਹਿਲਾ ਚੈਪਟਰ ਹੈ ਉਹਦੇ ਵਿੱਚੋਂ ਸਾਨੂੰ 5 MCQ ਯਾਨੀ 5 ਨੰਬਰ ਦਾ ਜਿਹੜਾ ਪੇਪਰ ਹੈਗਾ ਉਹ ਪੁੱਛਿਆ ਜਾਊਗਾ। 5 ਸਾਨੂੰ ਪ੍ਰਸ਼ਨ 1-1 ਅੰਕ ਵਾਲੇ ਪੁੱਛੇ ਜਾਣਗੇ। ਤਾਂ ਪਹਿਲਾ ਕੁਐਸਚਨ ਦੇਖੋ ਕੀ ਹੈ ਸਾਡੇ ਕੋਲ, √3 -2 -1 ਇਹ ਦੱਸਣਾ ਅਸੀਂ ਜਿਹੜਾ ਇਹ ਨੰਬਰ ਹੈ ਇਹ ਕਿਹੜਾ ਨੰਬਰ ਹੈ, ਇੱਕ ਪਰਮੇਯ ਸੰਖਿਆ ਹੈ, ਰੈਸ਼ਨਲ ਨੰਬਰ ਹੈ, ਜਾਂ ਪ੍ਰਕਿਰਤਿਕ ਸੰਖਿਆ ਹੈ, ਜਾਂ ਸਿਫਰ ਦੇ ਬਰਾਬਰ ਹੈ, ਜਾਂ ਕੀ ਹੈ ਅਪਰਮੇਯ ਸੰਖਿਆ। ਤਾਂ ਜੇ ਬੇਟਾ ਇਹਨੂੰ ਅਸੀਂ ਸੋਲਵ ਕਰਦੇ ਹਾਂ ਤਾਂ ਸਾਡੇ ਕੋਲ ਦੇਖੋ ਵੈਲਿਊ ਕੀ ਆਈ, √3 ਔਰ -2 ਔਰ -1 ਕਿੰਨਾ ਹੋ ਗਿਆ -3। ਤਾਂ ਜਿਹੜੀ ਵੈਲਿਊ ਸਾਡੇ ਕੋਲ ਇਸ ਤਰ੍ਹਾਂ ਦੀ ਹੁੰਦੀ ਹੈ ਜਿਹਦਾ ਸਕੁਅਰ ਰੂਟ ਪੂਰਾ ਨਹੀਂ ਆਉਂਦਾ, ਜਿਵੇਂ ਵਰਗਮੂਲ 2 ਹੋ ਗਿਆ, √2 ਹੋ ਗਿਆ, √3 ਹੋ ਗਿਆ, √5 ਹੋ ਗਿਆ, ਇਸੇ ਤਰ੍ਹਾਂ √7, ਇਸ ਤਰ੍ਹਾਂ ਦੀ ਵੈਲਿਊ ਹੈ ਜਿਹੜੀ ਵੈਲਿਊ ਸਕੁਅਰ ਰੂਟ ਦੇ ਅੰਦਰ ਪਰਫੈਕਟ ਸਕੁਅਰ ਨਹੀਂ ਹੈਗੀ। ਜਿਵੇਂ ਮੰਨ ਲਓ ਸਾਡੇ ਕੋਲ √4 ਹੁੰਦਾ ਤਾਂ ਉਸ ਦੀ ਵੈਲਿਊ ਤਾਂ +2 ਆ ਜਾਂਦੀ ਸਾਡੇ ਕੋਲ। ਜੇ ਸਕੁਅਰ ਰੂਟ ਸਾਡੇ ਕੋਲ 9 ਹੁੰਦਾ ਉਸ ਦੀ ਵੈਲਿਊ ਕਿੰਨੀ ਆ ਜਾਂਦੀ, ਸਾਡੇ ਕੋਲ 3 ਆ ਜਾਂਦੀ। ਤਾਂ ਜਿਹੜੇ ਇਹ ਨੰਬਰ ਹੈ 2 ਔਰ 3 ਇਹ ਕਿਹੜੇ ਆ, ਰੈਸ਼ਨਲ। ਔਰ ਜਦੋਂ ਸਾਡੇ ਕੋਲ ਵੈਲਿਊ ਇਸ ਤਰ੍ਹਾਂ ਦੀ ਹੁੰਦੀ ਹੈ √3 ਜਿਸ ਦੀ ਵੈਲਿਊ ਅਸੀਂ ਫਾਈਂਡ ਕਰਦੇ ਹਾਂ ਤਾਂ ਜਿਹੜਾ ਉਹਦਾ ਸਾਡੇ ਕੋਲ ਡੈਸੀਮਲ ਰੂਪ ਹੋਊਗਾ ਉਹ ਕੀ ਹੋਊਗਾ, ਨੋਨ ਟਰਮੀਨੇਟਿੰਗ ਔਰ ਨੋਨ ਰਿਪੀਟਿੰਗ ਹੋਊਗਾ। ਤਾਂ ਇਸ ਤਰ੍ਹਾਂ ਦੇ ਜਿਹੜੇ ਨੰਬਰ ਹੁੰਦੇ ਆ ਜਿਨ੍ਹਾਂ ਦਾ ਸਕੁਅਰ ਰੂਟ ਪੂਰਾ ਨਹੀਂ ਆਉਂਦਾ ਉਹ ਸਾਰੇ ਦੇ ਸਾਰੇ ਹੀ ਨੰਬਰ ਕਿਹੜੇ ਹੁੰਦੇ ਆ, ਇਰਰੈਸ਼ਨਲ ਨੰਬਰ ਹੁੰਦੇ ਆ, ਇਰਰੈਸ਼ਨਲ ਯਾਨੀ ਆਪਰਮੇਯ ਸੰਖਿਆ। ਤਾਂ ਇਸ ਕਰਕੇ ਲਾਸਟ ਜਿਹੜਾ ਆਪਸ਼ਨ ਹੈ ਬੇਟਾ ਇਹਨੂੰ ਧਿਆਨ ਦੇ ਵਿੱਚ ਰੱਖਣਾ ਹੈ। ਜਦੋਂ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਸੰਖਿਆ ਮਿਲਦੀ ਹੈ ਤਾਂ ਉਹਦਾ ਆਨਸਰ ਕੀ ਹੋਊਗਾ, ਅਪਰਮੇਯ ਸੰਖਿਆ, ਜਿੰਨਾ ਚਿਰ ਇਹ ਕੈਂਸਲ ਨਹੀਂ ਹੁੰਦਾ ਜਾਂ ਖਤਮ ਨਹੀਂ ਹੁੰਦਾ ਸਕੁਅਰ ਰੂਟ ਇਹਦੇ ਉੱਪਰੋਂ। ਠੀਕ ਹੈ, ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ। ਦੂਸਰਾ ਜਿਹੜਾ ਸਾਡੇ ਕੋਲੇ ਕੁਐਸਚਨ ਹੈ ਦੇਖੋ, x ਦੀ ਜਿਹੜੀ ਵੈਲਿਊ ਆ ਸਾਨੂੰ ਦਿੱਤੀ ਹੋਈ ਹੈ, x ਦੀ ਵੈਲਿਊ ਕੀ ਹੈ ਸਾਡੇ ਕੋਲੇ 7/20 × 25 ਇੱਕ ਪਰਮੇਯ ਸੰਖਿਆ ਹੈ ਤਾਂ x ਦਾ ਦਸ਼ਮਲਵ ਪ੍ਰਸਾਰ ਦਾ ਅੰਤ ਹੋਵੇਗਾ। ਜਿਹੜੀ ਉਹਦੀ ਡੈਸੀਮਲ ਫ੍ਰੈਕਸ਼ਨ ਐਕਸਪੈਂਸ਼ਨ x ਦੀ ਉਹ ਕਿਸ ਤਰ੍ਹਾਂ ਦੀ ਹੋਊਗੀ। ਪਹਿਲਾ ਸਾਡੇ ਕੋਲੇ ਆਪਸ਼ਨ ਹੈ ਦਸ਼ਮਲਵ ਦੇ 4 ਸਥਾਨਾਂ ਦੇ ਬਾਅਦ ਯਾਨੀ ਆਫਟਰ 4 ਪਲੇਸਿਸ ਆਫ ਡੈਸੀਮਲ। ਸੈਕਿੰਡ ਆਪਸ਼ਨ ਹੈ ਦਸ਼ਮਲਵ ਦੇ 3 ਸਥਾਨਾਂ ਦੇ ਬਾਅਦ, ਉਸ ਤੋਂ ਬਾਅਦ ਹੈ 2 ਸਥਾਨਾਂ ਦੇ ਬਾਅਦ, ਉਸ ਤੋਂ ਬਾਅਦ ਹੈ 5 ਸਥਾਨਾਂ ਦੇ ਬਾਅਦ। ਆਪਾਂ ਪਹਿਲਾਂ ਇਹਨੂੰ ਥੋੜ੍ਹਾ ਜਿਹਾ ਬੇਟਾ ਸੋਲਵ ਕਰਦੇ ਹਾਂ। ਸਾਡੇ ਕੋਲ ਜਿਹੜੀ ਵੈਲਿਊ ਕੀ ਹੈ 7/20 × 25। ਹੁਣ ਇਹ ਤਾਂ ਦਸ਼ਮਲਵ ਰੂਪ ਦੇਖਣ ਦੇ ਵਾਸਤੇ ਅਸੀਂ ਹੇਠਾਂ ਗੁਣਾ ਕਰ ਲਈ। ਦੇਖੋ 20 ਤੇ 25 ਦੀ ਉਹ ਕਿੰਨਾ ਆ ਗਿਆ 7/, ਇੱਧਰ ਲਿਖ ਰਿਹਾ ਮੈਂ 7/20 ਤੇ 25 ਦੀ ਗੁਣਾ ਕਰਾਂਗੇ ਤਾਂ ਕਿੰਨਾ ਆ ਗਿਆ 25 × 2 = 50, 500। ਜੇ ਬੇਟਾ ਆਪਾਂ ਦੇਖੀਏ ਜਦੋਂ ਤੁਸੀਂ ਕੁਐਸਚਨ ਨੂੰ ਸੋਲਵ ਕਰਦੇ ਹੁੰਦੇ ਹੋ, ਜੇ ਸਾਡੇ ਕੋਲੇ ਵੈਲਿਊ ਕੋਈ 7/10 ਹੈ ਤਾਂ ਅਸੀਂ ਉਹਨੂੰ 0.7 ਲਿਖ ਦਿੰਦੇ ਹਾਂ, ਇੱਕ ਬਾਅਦ ਬਿੰਦੂ ਲਗਾ ਦਿੰਦੇ ਹਾਂ ਸੱਜੇ ਹੱਥ ਤੋਂ। ਜੇ ਸਾਡੇ ਕੋਲ 7/100 ਹੁੰਦਾ ਤਾਂ ਅਸੀਂ ਉਹਨੂੰ ਲਿਖਦੇ ਹੁੰਦੇ ਹਾਂ 0.07 ਇਸ ਤਰੀਕੇ ਨਾਲ, ਫਿਰ 2 ਬਾਅਦ ਬਿੰਦੂ ਲੱਗਦਾ ਜੇ ਥੱਲੇ 100 ਹੁੰਦਾ। ਤਾਂ ਜੇ ਹੁਣ ਆਪਾਂ ਕੀ ਕਰੀਏ, ਦੇਖੋ ਆਪਣੇ ਕੋਲ ਹੇਠਾਂ 500 ਹੈ ਇਸ ਕੁਐਸਚਨ ਦੇ ਵਿੱਚ, ਜੇ ਆਪਾਂ ਇਹਨੂੰ 2 ਨਾਲ ਗੁਣਾ ਕਰ ਦਈਏ ਹੇਠਾਂ ਔਰ 2 ਨਾਲ ਹੀ ਉੱਪਰ ਗੁਣਾ ਕਰ ਦਈਏ ਤਾਂ ਸਾਡੇ ਕੋਲੇ ਵੈਲਿਊ ਕਿੰਨੀ ਹੈਗੀ, ਇਹ ਸਾਡੇ ਕੋਲੇ ਵੈਲਿਊ ਬਣ ਗਈ 7 ਦੂਣੀ 14, 14 ਬਟਾ ਕਿੰਨਾ ਆ ਗਿਆ 5 ਦੂਣੀ 10, ਗੁਣਾ ਕਰਤੀ 500 ਦੀ 2 ਨਾਲ, ਇਹਨਾਂ ਦੋਨਾਂ ਦੀ ਗੁਣਾ ਕਰਾਂਗੇ ਸਾਡੇ ਕੋਲ ਆ ਗਿਆ 1000। ਤਾਂ ਹੁਣ ਜੇ ਤੁਸੀਂ ਬੇਟਾ ਇਹਨੂੰ ਧਿਆਨ ਨਾਲ ਦੇਖੋ ਤਾਂ ਹੇਠਾਂ ਸਾਡੇ ਕੋਲੇ 1 ਦੇ ਨਾਲ ਕਿੰਨੀਆਂ ਜ਼ੀਰੋਆਂ, 3 ਜ਼ੀਰੋਆਂ। ਤਾਂ ਇਸ ਨੂੰ ਅਸੀਂ ਜੇ ਪੁਆਇੰਟ ਦੇ ਵਿੱਚ ਲਿਖਣਾ ਹੋਵੇ ਤਾਂ ਕੀ ਲਿਖਾਂਗੇ, ਆਪਾਂ ਲਿਖਾਂਗੇ 0.014। ਤਾਂ 3 ਦਸ਼ਮਲਵ ਦੇ ਬਾਅਦ ਸਥਾਨਾਂ ਦੇ ਬਾਅਦ ਕੀ ਲੱਗ ਜੂਗਾ, ਪੁਆਇੰਟ ਲੱਗ ਜੂਗਾ, ਕਿਉਂਕਿ ਹੇਠਾਂ ਕਿੰਨੀਆਂ ਜ਼ੀਰੋਆਂ ਸੀ 3। ਤਾਂ ਇਸ ਤਰੀਕੇ ਨਾਲ ਆਪਾਂ ਸੋਲਵ ਕਰਦੇ ਹੁੰਦੇ। ਹੁਣ ਸਾਡਾ ਜਿਹੜਾ ਦਸ਼ਮਲਵ ਰੂਪ ਹੈ ਬੇਟਾ ਧਿਆਨ ਨਾਲ ਦੇਖੋ ਤਾਂ 3 ਸਥਾਨ ਦੇ ਬਾਅਦ ਕੀ ਹੋ ਰਿਹਾ ਹੈਗਾ,
ਖਤਮ ਹੋ ਰਿਹਾ। ਤਾਂ ਸਾਡਾ ਜਿਹੜਾ ਸੈਕੰਡ ਆਪਸ਼ਨ ਹੈ, ਦਸ਼ਮਲਵ ਦੇ 3 ਸਥਾਨਾਂ ਦੇ ਬਾਅਦ ਜਿਹੜਾ ਇਹਦਾ ਦਸ਼ਮਲਵ ਰੂਪ ਹੈ, ਡੈਸੀਮਲ ਐਕਸਪੈਂਸ਼ਨ ਹੈ, ਉਹ ਕੀ ਹੋ ਰਹੀ ਹੈ, ਖਤਮ ਹੋ ਰਹੀ ਹੈ। ਤਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਪਹਿਲਾਂ ਥੋੜ੍ਹਾ ਜਿਹਾ ਸੋਲਵ ਕੀਤਾ, ਤਾਂ ਇਹਦੇ ਨਾਲ ਸਾਨੂੰ ਆਨਸਰ ਦਾ ਪਤਾ ਚੱਲ ਗਿਆ। ਨੈਕਸਟ ਕੁਐਸਚਨ ਸਾਡੇ ਕੋਲ ਦੇਖੋ ਕੀ ਹੈ, 63/72 ਗੁਣਾ 175 ਦਾ ਦਸ਼ਮਲਵ ਪ੍ਰਸਾਰ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਊਗਾ, ਅਸੀਂ ਦੱਸਣਾ ਹੈ। ਸ਼ਾਂਤ, ਅਸ਼ਾਂਤ, ਅਸ਼ਾਂਤ ਆਵਰਤੀ ਜਾਂ ਇੱਕ ਅਪਰਮੇय ਸੰਖਿਆ। ਔਰ ਇੰਗਲਿਸ਼ ਮੀਡੀਅਮ ਦੀ ਗੱਲ ਕਰੀਏ, ਟਰਮੀਨੇਟਿੰਗ, ਨॉन टर्मिनेटिंग एंड रिपीटिंग, और एक है एन इरेशनल नंबर। तो एक बेटा छोटा जिहा कंसैप्ट है, उसनों आपां डिस्कस करते हैं पहला। इस क्वेश्चन नूं करन तो पहला होर भी इस तरह के बहुत सारे तुहानूं क्वेश्चन मिलणगे, तो उदों किस तरह नाल असीं इन्हां नूं सॉल्व करना है तुहानूं बेटा थोड़ा जिहा आपां समझाउणे हैं। कोई भी जिहड़ी प्रमेय संख्या हुंदी है, रैशनल नंबर हुंदा है, वो P/Q की फॉर्म दे विच हुंदा है, P/Q की फॉर्म दे विच हुंदा है। ਜਿਹੜਾ ਸਾਡੇ ਕੋਲੇ ਬੇਟਾ Q ਹੁੰਦਾ, ਜਿਹੜਾ ਡਿਨੋਮੀਨੇਟਰ ਹੁੰਦਾ, ਜਿਹੜਾ ਹਰ ਹੁੰਦਾ Q, ਉਸ ਦੇ ਜੇ ਸਾਡੇ ਕੋਲੇ ਗੁਣਨਖੰਡ ਇਸ ਤਰ੍ਹਾਂ ਦੇ ਹੁੰਦੇ ਆ 2 ਦੀ ਪਾਵਰ m ਗੁਣਾ 5 ਦੀ ਪਾਵਰ n, ਯਾਨੀ ਜਿਹੜੇ ਉਹਦੇ ਫੈਕਟਰ ਹੈ Q ਦੇ, ਜੇ ਅਸੀਂ ਕਰਦੇ ਹਾਂ ਤਾਂ ਜਾਂ ਤਾਂ ਉਹ 2 ਦੀ ਪਾਵਰ ਹੋਵੇ ਕੁਛ ਨਾ ਕੁਛ, ਜਾਂ 5 ਦੀ ਪਾਵਰ ਹੋਵੇ, ਜਾਂ 2 ਔਰ 5 ਦੋਨੋਂ ਦੀ ਕੁਛ ਨਾ ਕੁਛ ਪਾਵਰ ਹੋਵੇ, ਯਾਨੀ 2 ਤੇ 5 ਤੋਂ ਇਲਾਵਾ ਹੋਰ ਕੋਈ ਉਹਦਾ ਫੈਕਟਰ ਨਾ ਬਣੇ। ਤਾਂ ਇਸ ਤਰ੍ਹਾਂ ਦੇ ਜਦੋਂ ਆਪਾਂ ਨੂੰ ਫੈਕਟਰ ਮਿਲਦੇ ਹੈ, ਤਾਂ ਉਦੋਂ ਜਿਹੜਾ ਉਸ ਪ੍ਰਮੇय ਸੰਖਿਆ ਦਾ ਦਸ਼ਮਲਵ ਰੂਪ ਹੁੰਦਾ ਹੈ, ਉਹ ਕੀ ਹੁੰਦਾ ਹੈਗਾ, ਸ਼ਾਂਤ ਹੁੰਦਾ ਹੈ। ਕੀ ਹੁੰਦਾ ਹੈਗਾ, ਸ਼ਾਂਤ ਹੁੰਦਾ ਹੈ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਟਰਮੀਨੇਟਿੰਗ। ਔਰ ਅਦਰਵਾਈਜ਼ ਜੇ ਇਸ ਤਰ੍ਹਾਂ ਦੇ ਫੈਕਟਰ ਨਹੀਂ ਬਣਦੇ, ਤਾਂ ਉਦੋਂ ਜਿਹੜਾ ਦਸ਼ਮਲਵ ਰੂਪ ਹੁੰਦਾ ਹੈ, ਉਹ ਕੀ ਹੁੰਦਾ, ਅਸ਼ਾਂਤ ਹੁੰਦਾ ਹੈ, ਖਤਮ ਨਹੀਂ ਹੁੰਦਾ, ਨॉन टर्मिनेटिंग ਹੁੰਦਾ, ਯਾਨੀ ਬਟ ਕੀ ਹੁੰਦਾ ਹੈਗਾ, ਆਵਰਤੀ, ਬਾਰ ਬਾਰ ਰਿਪੀਟ ਜ਼ਰੂਰ ਹੁੰਦਾ ਹੈਗਾ, ਯਾਨੀ ਨॉन टर्मिनेटिंग बट रिपीटिंग, फिर इस तरह का होंगे। तो इस गल नूं बेटा तुसीं याद रखना है, प्रमेय संख्या के 2 ही दशमलव रूप होंगे है, जां तां शांत जां अशांत आवर्ती। और जे दोनों ही नहीं है, यानी साडे कोले अशांत अनावर्ती है, तो साडे कोले वो जिहड़ा नंबर हुंदा, वो प्रमेय संख्या नहीं हुंदी, वो की हुंदा है, इररैशनल नंबर हुंदा है। तो हुण आपां इस क्वेश्चन नूं करदे हैं, ठीक है। तो साडे कोले क्वेश्चन देखो की सीगा, जिहड़ी सानूं फॉर्म दित्ती हुई है P/Q के रूप में, की वैल्यू है साडे कोले 63/72 गुणा 175। सब तो पहला काम बेटा तुसीं की करना है, इनू सिंपलीफाई करना है। जे ये कैंसल होंदे किसी नंबर ते, तो इन्हों कैंसल जरूर करना है, इस तरीके नाल इसनूं नहीं लिखना। तो देखो 63 ते 72 जिहड़े कट्टे जाणगे, देखो 9 7 63 और 9 8 72, इस 9 के पहाड़े ते 9 के टेबल ते कट्टे गए। उस तो बाद जे असीं देखिए तो 25 7 175 हुंदा है, ये भी कट्टा गया, देखो 7 एकम 7 और 25 7 175। तो साडे कोल जिहड़ी वैल्यू सी कैंसल करके की बच गई 1/8 गुणा 25, सिर्फ इन्नी ही बच गई। हुण असीं इहदे फैक्टर करते हैं, जिहड़ी हेठां साडे कोले वैल्यू है, ये देखो P/Q की फॉर्म दे विच आ गई, ये वैल्यू किस दी फॉर्म च आ गई, P/Q की फॉर्म च आ गई। जिहड़ी Q दे आपां फैक्टर करते हैं, हेठां जिहड़ी वैल्यू है ये फैक्टर करते हैं। तो देखो 8 नूं असीं की लिख सकते हैं, असीं लिख सकते हैं 2 गुणा 2 गुणा 2, सानूं पता है 2 दूनी 4, 4 दूनी की हुंदा है 8 हुंदा है। तो ये बन गया 2 की पावर 3, ठीक है। और जिहड़ा 25 है उसनूं की लिख सकते हैं 5 गुणा 5, तो ये साडे कोल बन गया 5 की पावर 2। तो जानी जदों असीं इहदे फैक्टर कीते 8 दे और 25 दे अभाज गुणनखंड कीते, तो साडे कोले वैल्यू आ गई, जिहड़ा साडे कोले हेठां Q सी बटे च जिहड़ी वैल्यू सी, वो जिहड़े फैक्टर है वो इस तरह दे आ गए, 2 की पावर m और 5 की पावर n, बिल्कुल इस फॉर्म दे विच आ चुके हैं। जिहड़ी भी कोई प्रमेय संख्या है जिहड़ी P/Q के रूप में है, जे उसके Q के जिहड़े फैक्टर है बेटा हेठां जिहड़ी वैल्यू के फैक्टर इस फॉर्म दे विच हुंदे है, तो तुहानूं मैं दस्सिया सी जिहड़ा दशमलव रूप है वो की हुंदा हैगा, शांत हुंदा है, टर्मीनेटिंग हुंदा है, ये तुहानूं मैं दस्सिया सी। तो इस चैप्टर दा क्वेश्चन का जिहड़ा साडे कोले राइट आंसर होऊगा वो फस्ट ऑप्शन होऊगा कि शांत हुंदा है, ठीक है।
ਅੱਗੇ ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਤੇ। ਉਮੀਦ ਕਰਦੇ ਹਾਂ ਬੇਟਾ ਇਹ ਕੁਐਸਚਨ ਤੁਹਾਨੂੰ ਸਮਝ ਆ ਗਿਆ ਹੋਊਗਾ। ਤਾਂ ਪੂਰੀ ਮਿਹਨਤ ਦੇ ਨਾਲ ਬੇਟਾ ਤਿਆਰੀ ਕਰਨੀ ਹੈ ਤਾਂ ਕਿ ਆਪਾਂ ਜਿਹੜੇ ਐਨੂਅਲ ਐਗਜ਼ਾਮ ਹੋਣਗੇ ਉਹਨਾਂ ਦੇ ਵਿੱਚ ਬਹੁਤ ਹੀ ਚੰਗੀ ਕਾਰਗੁਜ਼ਾਰੀ ਦੇ ਨਾਲ, ਬਹੁਤ ਹੀ ਅੱਛੇ ਅੰਕਾਂ ਦੇ ਨਾਲ ਆਪਾਂ ਪਾਸ ਹੋ ਸਕੀਏ। ਤਾਂ ਜਿਹੜਾ ਚੌਥਾ ਪ੍ਰਸ਼ਨ ਹੈ ਦੇਖੋ ਕੀ ਹੈ। ਜੇਕਰ ਦੋ ਸੰਖਿਆਵਾਂ ਦੇ ਮਹੱਤਮ ਸਮਾਪ ਵਰਤਕ ਅਤੇ ਲਘੁੱਤਮ ਸਮਾਪ ਵਰਤਕ ਕ੍ਰਮਵਾਰ 4 ਅਤੇ 9696 ਹਨ ਤਾਂ ਦੋ ਸੰਖਿਆਵਾਂ ਦਾ ਗੁਣਨਫਲ ਕੀ ਹੈ। ਬੇਟਾ ਇੱਕ ਕਨਸੈਪਟ ਹੈ, ਛੋਟਾ ਜਿਹਾ ਯਾਦ ਰੱਖਣਾ ਹੈ। ਹਮੇਸ਼ਾ ਦੋ ਸੰਖਿਆਵਾਂ ਦਾ ਗੁਣਨਫਲ, ਪਹਿਲੀ ਸੰਖਿਆ ਔਰ ਦੂਸਰੀ ਸੰਖਿਆ, ਦੋ ਸੰਖਿਆਵਾਂ ਦਾ ਜਿਹੜਾ ਗੁਣਨਫਲ ਹੁੰਦਾ ਹੈ, ਗੁਣਾ ਹੁੰਦੀ ਹੈ, ਜਿਹੜੀ ਪ੍ਰੋਡਕਟ ਹੁੰਦੀ ਹੈ, ਉਹ ਕਿਸ ਦੇ ਬਰਾਬਰ ਹੁੰਦੀ ਹੈ? HCF ਔਰ LCM ਦੀ ਗੁਣਾ ਦੇ ਬਰਾਬਰ ਹੁੰਦੀ ਹੈ। ਇਹ ਗੱਲ ਨੂੰ ਤੁਸੀਂ ਯਾਦ ਰੱਖਣਾ। ਦੋ ਸੰਖਿਆਵਾਂ ਦੀ ਜਿਹੜੀ ਗੁਣਾ ਹੋਊਗੀ ਉਹਨਾਂ ਦੇ HCF ਔਰ LCM ਦੇ ਕੀ ਹੋਊਗੀ? ਬਰਾਬਰ ਹੋਊਗੀ। ਹੁਣ ਸਾਨੂੰ ਸੰਖਿਆਵਾਂ ਦੀ ਜਿਹੜੀ ਗੁਣਾ ਸੀ, ਪ੍ਰੋਡਕਟ ਸੀਗੀ, ਪ੍ਰੋਡਕਟ ਆਫ ਟੂ ਨੰਬਰਜ਼, ਉਹੀ ਪੁੱਛੀ ਹੋਈ ਹੈ। ਤਾਂ ਕੀ ਹੋਊਗੀ ਉਹ? ਜਿਹੜਾ ਸਾਡਾ HCF ਹੈ ਔਰ ਜਿਹੜਾ ਸਾਡਾ LCM ਗਿਵਨ ਹੈ, ਉਹਨਾਂ ਦੋਨਾਂ ਦੀ ਕੀ ਕਰਨੀ ਹੈ? ਗੁਣਾ ਕਰ ਦੇਣੀ ਹੈ। ਜਦੋਂ ਬੇਟਾ ਇਹਨਾਂ ਦੀ ਤੁਸੀਂ ਗੁਣਾ ਕਰੋਗੇ ਕਿੰਨੀ ਆਊਗੀ ਗੁਣਾ? 38784। ਇਹਨੂੰ ਤੁਸੀਂ ਕਰਕੇ ਦੇਖ ਲੈਣਾ ਗੁਣਾ ਨੂੰ। ਤਾਂ ਜਿਹੜਾ ਤੀਸਰਾ ਆਪਸ਼ਨ ਹੈ ਉਹ ਸਾਡਾ ਕੀ ਹੈਗਾ? ਰਾਈਟ ਆਨਸਰ ਹੈ। ਸਿਰਫ ਇਹਦੇ ਵਿੱਚ ਇਹੀ ਕਨਸੈਪਟ ਬੇਟਾ ਤੁਸੀਂ ਯਾਦ ਰੱਖਣਾ ਹੈ। ਦੋ ਸੰਖਿਆਵਾਂ ਦਾ ਜਿਹੜਾ ਗੁਣਨਫਲ ਹੈ, ਜਿਹੜੀ ਮਲਟੀਪਲੀਕੇਸ਼ਨ ਹੈ, ਪ੍ਰੋਡਕਟ ਹੈ, ਉਹ ਕਿਸ ਦੇ ਬਰਾਬਰ ਹੁੰਦੀ ਹੈ? HCF ਔਰ LCM ਦੀ ਗੁਣਾ ਦੇ ਬਰਾਬਰ ਹੁੰਦੀ ਹੈ। ਤਾਂ ਅਗਲਾ ਪ੍ਰਸ਼ਨ ਜਿਵੇਂ ਆਪਾਂ ਪਹਿਲਾ ਕੁਐਸਚਨ ਕੀਤਾ ਸੀ ਬੇਟਾ, ਉਸ ਦੇ ਨਾਲ ਹੀ ਮਿਲਦਾ ਜੁਲਦਾ ਹੈ। ਉਸ ਦੇ ਵਿੱਚ ਇੱਥੇ ਦੇਖੋ ਮਾਈਨਸ ਸੀ, ਇੱਥੇ ਪਲੱਸ ਹੈ। √3 + 2 + 1 ਕਿੰਨਾ ਹੋ ਗਿਆ? 3 ਹੋ ਗਿਆ। ਜਦੋਂ ਕਿਸੇ ਵੈਲਿਊ ਦੇ ਉੱਪਰ ਸਕੁਏਅਰ ਰੂਟ ਲੱਗਿਆ, ਤੁਹਾਨੂੰ ਮਿਲ ਗਿਆ, ਔਰ ਉਹ ਸਕੁਏਅਰ ਰੂਟ ਪੂਰਾ ਤੁਸੀਂ ਫਾਈਂਡ ਨਹੀਂ ਕਰ ਸਕਦੇ, ਯਾਨੀ ਜਿਹੜੀ ਰੂਟ ਦੇ ਅੰਦਰ ਵੈਲਿਊ ਹੈ ਉਹ ਪਰਫੈਕਟ ਸਕੁਏਅਰ ਨਹੀਂ ਹੈਗੀ, ਪੂਰਨ ਵਰਗ ਨਹੀਂ ਹੈਗੀ, ਤਾਂ ਉਹ ਜਿਹੜੀ ਸੰਖਿਆ ਹੁੰਦੀ ਹੈ ਅਪਰਮੇय ਸੰਖਿਆ ਹੁੰਦੀ ਹੈ। ਇਹਦਾ ਵੀ ਆਨਸਰ ਕੀ ਹੋਊਗਾ? ਇਰਰੈਸ਼ਨਲ ਨੰਬਰ ਹੀ ਹੋਵੇਗਾ। ਅਗਲਾ ਪ੍ਰਸ਼ਨ ਜੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਕਲੀਅਰ ਹੋ ਜੂਗੀ ਗੱਲ। ਦੇਖੋ 4 ਦਾ ਜਿਹੜਾ ਵਰਗਮੂਲ ਹੈ ਸਾਨੂੰ ਪਤਾ ਹੈ ਬੇਟਾ ਕਿੰਨਾ ਹੁੰਦਾ? 2। 4 ਦਾ ਜਿਹੜਾ ਸਕੁਏਅਰ ਰੂਟ ਹੈ ਕਿੰਨਾ ਹੁੰਦਾ? 2। ਔਰ ਉਸ ਤੋਂ ਬਾਅਦ 9 ਸੀ, 9 ਦਾ ਸਕੁਏਅਰ ਰੂਟ ਕਿੰਨਾ ਹੋ ਜੂਗਾ? 3 -25 ਦਾ ਸਕੁਏਅਰ ਰੂਟ ਕਿੰਨਾ ਆ ਗਿਆ? 5। ਇੱਥੇ ਦੇਖੋ ਸਕੁਏਅਰ ਰੂਟ ਦੇ ਅੰਦਰ ਜਿਹੜੀ ਵੈਲਿਊ ਸੀ ਉਹ ਪੂਰੀਆਂ ਸੀਗੀਆਂ, ਯਾਨੀ ਪਰਫੈਕਟ ਸਕੁਏਅਰ ਸੀਗੇ। 4 ਦਾ ਸਕੁਏਅਰ ਰੂਟ ਸਾਨੂੰ ਪਤਾ 2 ਹੁੰਦਾ ਹੈ, 9 ਦਾ ਸਕੁਏਅਰ ਰੂਟ ਸਾਨੂੰ ਪਤਾ 3 ਹੁੰਦਾ ਹੈ, ਔਰ 25 ਦਾ ਜਿਹੜਾ ਸਕੁਏਅਰ ਰੂਟ ਹੈ ਕਿੰਨਾ ਹੁੰਦਾ ਹੈ? 5 ਹੁੰਦਾ ਹੈ। ਜਦੋਂ ਇਸ ਤਰ੍ਹਾਂ ਦੀ ਵੈਲਿਊ ਹੁੰਦੀ ਹੈ ਉਦੋਂ ਸਕੁਏਅਰ ਰੂਟ ਖਤਮ ਹੋ ਜਾਂਦਾ। ਤਾਂ ਹੁਣ ਕਿੰਨੀ ਵੈਲਿਊ ਆ ਗਈ? ਦੇਖੋ 3 ਤੇ 2 5, 5 ਚੋਂ 5 ਘਟਾਇਆ 0, ਔਰ ਜਿਹੜੀ ਵੈਲਿਊ ਸਾਨੂੰ ਮਿਲੀ ਇਹ ਬਿਨਾਂ ਸਕੁਏਅਰ ਰੂਟ ਤੋਂ ਮਿਲੀ। ਇਹਨੂੰ ਬਟਿਆਂ ਦੇ ਵਿੱਚ ਅਸੀਂ ਲਿਖੀਏ P/Q ਦੀ ਫਾਰਮ 'ਚ ਕਿੰਨਾ ਬਣ ਗਿਆ? 0/1। ਤਾਂ ਇਹ ਜਿਹੜੀ ਸੰਖਿਆ ਹੈ ਇਹ ਕਿਹੜੀ ਸੰਖਿਆ ਹੈ? ਇਹ ਪਰਮੇय ਸੰਖਿਆ ਹੈ, ਇੱਕ ਰੈਸ਼ਨਲ ਨੰਬਰ ਹੈ। ਕਿਹੜਾ ਨੰਬਰ ਹੈ ਇਹ? ਰੈਸ਼ਨਲ ਨੰਬਰ। ਤਾਂ ਇੱਥੇ ਦੇਖੋ ਇਹਦਾ ਆਨਸਰ ਕੀ ਆਊਗਾ? ਇਹ ਰੈਸ਼ਨਲ ਨੰਬਰ, ਇੱਕ ਪਰਮੇय ਸੰਖਿਆ। ਜੇ ਇਹ ਵਰਗਮੂਲ ਹੈ ਜਿਹੜਾ ਉਹਦੇ ਉੱਤੇ ਸਕੁਏਅਰ ਰੂਟ ਲੱਗੇ ਹੋਏ ਖਤਮ ਨਾ ਹੋਣ, ਜਿਵੇਂ ਉੱਪਰ ਵਾਲੇ ਕੁਐਸਚਨ ਦੇ ਵਿੱਚ ਸੀ, ਤਾਂ ਉਦੋਂ ਕੀ ਹੋਊਗਾ? ਇਰਰੈਸ਼ਨਲ ਨੰਬਰ। ਠੀਕ ਹੈ, ਅੱਗੇ ਚੱਲਦੇ ਹਾਂ ਨੈਕਸਟ ਪ੍ਰਸ਼ਨ ਤੇ। ਅਗਲਾ ਦੇਖੋ ਸਾਡੇ ਕੋਲ ਜਿਹੜਾ ਬੇਟਾ ਕੁਐਸਚਨ ਹੈ 7th ਕੁਐਸਚਨ, ਉਸ ਦੇ ਵਿੱਚ ਕੀ ਹੈ? ਸਾਨੂੰ ਦਸ਼ਮਲਵ ਰੂਪ ਦਿੱਤਾ ਹੋਇਆ ਔਰ ਸੰਖਿਆ ਸਾਨੂੰ ਪੁੱਛਿਆ ਹੋਇਆ ਵੀ ਜਿਹੜਾ ਦਸ਼ਮਲਵ ਰੂਪ ਹੈ, ਡੈਸੀਮਲ ਐਕਸਪੈਂਸ਼ਨ ਹੈ, ਉਹ ਕਿਸ ਤਰ੍ਹਾਂ ਦੀ ਹੈ? ਸ਼ਾਂਤ ਹੈ, ਅਸ਼ਾਂਤ ਆਵਰਤੀ ਹੈ, ਜਾਂ ਅਸ਼ਾਂਤ ਗੈਰ ਆਵਰਤੀ, ਯਾਨੀ ਨੋਨ ਟਰਮੀਨੇਟਿੰਗ, ਨੋਨ ਰਿਪੀਟਿੰਗ। ਇਹ ਜਿਹੜੇ ਨੰਬਰ ਹੁੰਦੇ ਹੈ ਇਰਰੈਸ਼ਨਲ ਨੰਬਰ ਲਈ ਹੁੰਦਾ। ਠੀਕ ਹੈ, ਇਸ ਨੂੰ ਕਈ ਵਾਰ ਅਸੀਂ ਅਨਆਵਰਤੀ ਵੀ ਕਹਿ ਦਿੰਦੇ ਬੇਟਾ, ਇਹ ਗੱਲ ਯਾਦ ਰੱਖਣੀ ਹੈ। ਗੈਰ ਆਵਰਤੀ ਦੀ ਜਗ੍ਹਾ ਤੇ ਅਨਆਵਰਤੀ ਸ਼ਬਦ ਵੀ ਵਰਤਿਆ ਜਾਂਦਾ ਹੈ। ਠੀਕ ਹੈ, ਇਹ ਗੱਲ ਨੂੰ ਤੁਸੀਂ ਯਾਦ ਰੱਖਣਾ। ਪਹਿਲੀ ਗੱਲ, ਜਿਹੜਾ ਦਸ਼ਮਲਵ ਰੂਪ ਸੀਗਾ ਉਹਨੂੰ ਧਿਆਨ ਨਾਲ ਦੇਖੋ। ਪਹਿਲਾਂ ਕੀ ਦੇਖੋ? 0.211, ਉਸ ਤੋਂ ਬਾਅਦ ਫਿਰ 2 ਆ ਗਿਆ। ਠੀਕ ਹੈ, ਫਿਰ ਜਿਹੜਾ 1 ਸੀਗਾ ਦੇਖੋ ਇੱਥੇ 2 ਵਾਰ ਸੀ, ਪਰ ਅਗਲੀ ਵਾਰ ਕੀ ਹੋਇਆ? 1 ਕਿੰਨੇ ਵਾਰ ਹੋ ਗਿਆ? 3 ਵਾਰ ਹੋ ਗਿਆ, ਯਾਨੀ ਰਿਪੀਟ ਨਹੀਂ ਹੋਇਆ। ਜੇ ਤਾਂ ਦੇਖੋ ਨੰਬਰ ਇਸੇ ਤਰੀਕੇ ਨਾਲ ਹੀ ਅੱਗੇ ਵੱਧਦਾ 0.212121 ਇਸ ਤਰੀਕੇ ਨਾਲ ਹੀ, ਤਾਂ ਇਹ ਜਿਹੜਾ ਨੰਬਰ ਹੈ ਜਿਹੜਾ ਮੈਂ ਹੁਣ ਲਿਖਿਆ ਹੈ, ਇਹ ਜਿਹੜਾ ਨੰਬਰ ਹੈ ਬੇਟਾ ਇਹ ਕੀ ਹੈ? ਅਸ਼ਾਂਤ ਹੈ। ਪਹਿਲੀ ਗੱਲ ਤਾਂ ਦੇਖੋ ਡੈਸ਼ ਡੈਸ਼ ਲੱਗਿਆ ਹੋਇਆ ਹੈ, ਦਸ਼ਮਲਵ ਰੂਪ ਹੈ ਜਿਹੜਾ ਉਹ ਅਸ਼ਾਂਤ ਹੈ, ਔਰ ਬਾਰ-ਬਾਰ ਆ ਰਿਹਾ। ਦੇਖੋ 21 21 21 ਬਾਰ-ਬਾਰ ਆ ਰਿਹਾ, ਤਾਂ ਇਹ ਕੀ ਹੈ? ਆਵਰਤੀ ਹੈ, ਰਿਪੀਟ ਹੋ ਰਿਹਾ। ਪਰ ਉੱਪਰ ਜਿਹੜਾ ਕੁਐਸਚਨ ਆਪਾਂ ਕਰਨ ਜਾ ਰਹੇ ਹਾਂ ਉਹਦੇ ਵਿੱਚ ਤੁਸੀਂ ਦੇਖੋਗੇ ਜਿਹੜਾ 1 ਹੈ ਉਹ ਬਾਰ-ਬਾਰ ਵੱਧ ਰਿਹਾ। ਜਿਵੇਂ ਇੱਥੇ 1 3 ਵਾਰ ਸੀ, ਉਸ ਤੋਂ ਬਾਅਦ 2 ਆ ਗਿਆ, ਫਿਰ 1 ਕਿੰਨੇ ਵਾਰ ਹੋ ਗਿਆ? ਦੇਖੋ 4 ਵਾਰ। ਇੱਥੇ ਫਿਰ ਵੱਧ ਗਿਆ,
ਇਸੇ ਤਰੀਕੇ ਨਾਲ ਕਹਿੰਦੇ ਇਹ ਜਾਰੀ ਅੱਗੇ ਤੱਕ। ਤਾਂ ਜਿਹੜਾ ਇਹ ਨੰਬਰ ਹੈ ਜਿਹੜਾ ਹੁਣ ਮੈਂ ਆਪਾਂ ਨੂੰ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਇਹ ਅਸ਼ਾਂਤ ਤਾਂ ਹੈਗਾ, ਅਸ਼ਾਂਤ ਇਹ ਹੈਗਾ, ਖਤਮ ਨਹੀਂ ਹੋ ਰਿਹਾ ਪਰ ਰਿਪੀਟ ਵੀ ਨਹੀਂ ਹੋ ਰਿਹਾ। ਕਿਉਂ? ਕਿਉਂਕਿ ਹਰ ਵਾਰ ਇੱਕ ਦੀ ਗਿਣਤੀ ਹੈ ਜਿਹੜੀ ਉਹ ਵੱਧਦੀ ਜਾ ਰਹੀ ਹੈ। ਪਹਿਲਾਂ 2 ਸੀ, ਫਿਰ 3 ਹੋ ਗਈ, ਫਿਰ ਇਸੇ ਤਰ੍ਹਾਂ ਕਿੰਨੀ ਹੋ ਗਈ 4 ਹੋ ਗਈ। ਤਾਂ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਜਿਹੜਾ ਸਾਡਾ ਦਸ਼ਮਲਵ ਰੂਪ ਹੈ ਉਹ ਨਾ ਤਾਂ ਨਾਲੇ ਤਾਂ ਅਸ਼ਾਂਤ ਹੈ, ਖਤਮ ਨਹੀਂ ਹੋ ਰਿਹਾ, ਔਰ ਨਾ ਹੀ ਉਹ ਰਿਪੀਟ ਹੋ ਰਿਹਾ, ਯਾਨੀ ਗੈਰ ਆਵਰਤੀ ਹੈ। ਤਾਂ ਥਰਡ ਆਪਸ਼ਨ ਹੈ ਜੀ ਬੇਟਾ ਰਾਈਟ ਆਨਸਰ। ਔਰ ਰਿਪੀਟ ਵਾਲਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਨਾਲ ਦੱਸਤਾ। ਜੇ ਉਸ ਤਰ੍ਹਾਂ ਦਾ ਤੁਹਾਨੂੰ ਕੁਐਸਚਨ ਆਉਂਦਾ ਹੈ ਤਾਂ ਤੁਸੀਂ ਕੀ ਆਨਸਰ ਲਾਉਣਾ ਹੈ? ਅਸ਼ਾਂਤ ਆਵਰਤੀ ਲਾਉਣਾ ਹੈਗਾ। ਠੀਕ ਹੈ, ਤਾਂ ਪਹਿਲੇ ਚੈਪਟਰ ਦੀ ਪੂਰੀ ਵਧੀਆ ਬੇਟਾ ਤੁਸੀਂ ਤਿਆਰੀ ਕਰੋ। ਕੋਈ ਤੁਹਾਨੂੰ ਕੁਐਸਚਨ ਇਸ ਤਰੀਕੇ ਦਾ ਨਹੀਂ ਛੱਡਾਂਗੇ ਜਿਹੜਾ ਐਗਜ਼ਾਮ ਦੇ ਵਿੱਚ ਆ ਗਿਆ ਔਰ ਤੁਸੀਂ ਕੀਤਾ ਨਾ ਹੋਵੇ। ਠੀਕ ਹੈ, ਅਗਲਾ ਪ੍ਰਸ਼ਨ ਦੇਖੋ। ਇਹ ਸਾਡੀ ਪਹਿਲੀ ਕਲਾਸ ਹੈ, ਇਸ ਤੋਂ ਬਾਅਦ ਇਸ ਦੀਆਂ 2 ਕਲਾਸਾਂ ਆਪਾਂ ਹੋਰ ਲਗਾਉਣੀਆਂ ਇਸੇ ਚੈਪਟਰ ਦੀਆਂ, ਫਿਰ ਆਪਾਂ ਨੈਕਸਟ ਚੈਪਟਰ ਕਰਾਂਗੇ। ਆਪਣੇ ਕੋਲ 8th ਕੁਐਸਚਨ ਦੇਖੋ ਕੀ ਹੈ। m ਦੀ ਪਾਵਰ n ਕਿੰਨਾ ਸਾਡੇ ਕੋਲੇ 32 ਹੈ, 32 ਹੈ। ਵੇਅਰ m ਐਂਡ n ਆਰ ਪੋਜ਼ਿਟਿਵ ਇੰਟੀਜਰ। m ਤੇ n ਕੀ ਹੈ ਸਾਡੇ ਕੋਲੇ 2 ਪੋਜ਼ਿਟਿਵ ਇੰਟੀਜਰ ਨੇ। ਔਰ ਫਾਈਂਡ ਦਾ ਵੈਲਿਊ ਆਫ n ਪਾਵਰ mn, ਇਹ ਸਾਨੂੰ ਪੁੱਛਿਆ ਹੋਇਆ। ਤਾਂ ਦੇਖੋ m ਦੀ ਪਾਵਰ ਬੇਟਾ n ਹੈ ਜਿਹੜੀ ਉਹ ਸਾਨੂੰ 32 ਦਿੱਤੀ ਹੋਈ ਹੈ। ਹੁਣ ਜਿਹੜਾ ਸਾਡੇ ਕੋਲੇ 32 ਹੈ 32 ਹੈ ਉਹਦੇ ਜੇ ਅਸੀਂ ਫੈਕਟਰ ਕਰੀਏ ਤਾਂ ਤੁਹਾਨੂੰ ਪਤਾ ਪਹਿਲਾਂ 2 ਤੇ ਗਿਆ 16 2 32, ਫਿਰ 2 ਤੇ ਗਿਆ 2 8 16, ਫਿਰ 2 ਚੌਕੇ 8, ਫਿਰ 2 ਦੂਣੀ 4, ਫਿਰ 2 ਏਕਮ 2। ਤਾਂ ਤੁਸੀਂ ਦੇਖਿਆ 2 ਦੀ ਜੇ ਅਸੀਂ 5 ਵਾਰ ਗੁਣਾ ਕਰਦੇ ਹਾਂ ਤਾਂ ਸਾਡੇ ਕੋਲੇ ਕਿੰਨਾ ਬਣਦਾ ਹੈ? 32 ਬਣਦਾ ਹੈ। ਤਾਂ ਅਸੀਂ ਇਹਨੂੰ 2 ਦੀ ਪਾਵਰ 5 ਲਿਖ ਸਕਦੇ ਹਾਂ 32 ਨੂੰ। ਤਾਂ 2 ਦੀ ਪਾਵਰ ਜਿਹੜੀ 5 ਹੈ ਉਹ ਕਿਸ ਦੇ ਬਰਾਬਰ ਹੈ? 32 ਦੇ ਬਰਾਬਰ ਹੈ। ਠੀਕ ਹੈ, ਇਹ ਆਪਣੇ ਕੋਲੇ ਸੋਲਵ ਕਰਕੇ ਸਾਨੂੰ ਪਤਾ ਚੱਲ ਗਿਆ। ਹੁਣ ਆਪਾਂ ਜਿਹੜਾ ਕੁਐਸਚਨ ਸੀ ਉਸ ਤੇ ਆਉਣੇ। ਇਹ ਤੁਹਾਨੂੰ ਮੈਂ ਸਿੰਪਲੀਫਾਈ ਕਰਕੇ ਦਿਖਾਇਆ ਸੀ ਵੀ 32 ਨੂੰ ਕੀ ਲਿਖਿਆ ਜਾ ਸਕਦਾ ਹੈ। ਤਾਂ 32 ਨੂੰ ਕੀ ਲਿਖਿਆ ਜਾ ਸਕਦਾ ਹੈ? 2 ਦੀ ਪਾਵਰ 5। ਇਸੇ ਤਰ੍ਹਾਂ ਜੇ 16 ਹੁੰਦਾ ਉਹਨੂੰ ਅਸੀਂ ਲਿਖਦੇ 2 ਦੀ ਪਾਵਰ 4, ਜੇ 8 ਹੁੰਦਾ ਉਹਨੂੰ ਲਿਖਦੇ 2 ਦੀ ਪਾਵਰ 3। ਤਾਂ ਹੁਣ ਦੇਖੋ 32 ਸੀ, ਇਹਨੂੰ ਅਸੀਂ ਲਿਖਿਆ 2 ਦੀ ਪਾਵਰ 5। ਅਸੀਂ ਕੰਪੇਅਰ ਕੀਤਾ ਦੋਨੋਂ ਤਰ੍ਹਾਂ। ਇੱਧਰ ਬੇਸ m ਹੈ ਔਰ ਇੱਧਰ ਬੇਸ ਕਿੰਨਾ 2 ਹੈ। ਤਾਂ m ਦੀ ਵੈਲਿਊ ਕਿੰਨੀ ਹੈ? 2 ਹੈ। ਇੱਧਰ ਪਾਵਰ n ਕਿੰਨੀ ਹੈ? ਇੱਧਰ ਕਿੰਨੀ ਹੈ ਪਾਵਰ? 5। ਤਾਂ n ਦੀ ਵੈਲਿਊ ਸਾਡੇ ਕੋਲੇ 5 ਹੈ। ਇਹ ਸਾਡੇ ਕੋਲੇ ਇੱਥੋਂ ਕਲੀਅਰ ਹੋ ਗਿਆ ਵੀ m ਦੀ ਪਾਵਰ n 2 ਦੀ ਪਾਵਰ 5 ਦੇ ਬਰਾਬਰ ਸੀ। ਤਾਂ m ਦੀ ਵੈਲਿਊ 2 ਹੈ ਔਰ n ਦੀ ਵੈਲਿਊ 5 ਹੈ। ਹੁਣ ਸਾਨੂੰ ਜਿਹੜੀ ਵੈਲਿਊ ਪੁੱਛੀ ਹੋਈ ਸੀ ਕਿਸ ਦੀ ਪੁੱਛੀ ਸੀ? 2n ਦੀ ਪਾਵਰ mn, ਇਸ ਦੀ ਵੈਲਿਊ ਸਾਨੂੰ ਪੁੱਛੀ ਹੋਈ ਸੀ। n ਦੀ ਅਸੀਂ ਵੈਲਿਊ ਪੁੱਟ ਕਰਤੀ 2, ਸੌਰੀ n ਦੀ ਵੈਲਿਊ ਕਿੰਨੀ ਸਾਡੇ ਕੋਲ 5 ਹੈ। n ਦੀ ਵੈਲਿਊ ਅਸੀਂ 5 ਪੁੱਟ ਕੀਤੀ ਔਰ m ਦੀ ਵੈਲਿਊ 2 ਪੁੱਟ ਕਰਤੀ, ਗੁਣਾ n ਦੀ ਵੈਲਿਊ ਫਿਰ 5 ਪੁੱਟ ਕਰਤੀ। ਕਿੰਨਾ ਆ ਗਿਆ ਇਹ? 5 ਦੀ ਪਾਵਰ ਕਿੰਨੀ ਹੋ ਗਈ? 5 ਗੁਣਾ 2 10। ਇਹ ਸਾਡਾ ਕੀ ਆ ਗਿਆ? ਆਨਸਰ ਆ ਗਿਆ। ਤਾਂ ਥਰਡ ਆਪਸ਼ਨ ਬੇਟਾ ਸਾਡਾ ਕੀ ਹੈਗਾ? ਰਾਈਟ ਆਨਸਰ ਹੈ। ਤਾਂ ਅੱਗੇ ਚੱਲਦੇ ਨੈਕਸਟ ਕੁਐਸਚਨ ਤੇ। ਅਗਲਾ ਸਾਡੇ ਕੋਲ ਜਿਹੜਾ 9th ਕੁਐਸਚਨ ਹੈ ਬੇਟਾ ਦੇਖੋ, ਮੈਂ ਸਾਈਡ ਤੇ ਸਕਰੋਲ ਕਰਤਾ। ਐਨੀ ਵਨ ਆਫ ਦਾ ਨੰਬਰ, ਇਹਨਾਂ ਦੇ ਵਿੱਚੋਂ ਕਹਿੰਦੇ ਕੋਈ ਵੀ ਨੰਬਰ, ਕਿਹੜੇ ਕਿਹੜੇ ਨੰਬਰ ਹੈ? ਪਹਿਲਾ ਨੰਬਰ ਹੈ a, ਫਿਰ ਹੈ a+2, ਫਿਰ ਹੈ a+4 ਇਜ ਮਲਟੀਪਲ ਆਫ। ਇੱਥੇ ਇੱਕ ਸ਼ਬਦ ਵਰਤਣਾ ਸੀ ਬੇਟਾ ਆਲਵੇਜ ਮਲਟੀਪਲ ਆਫ। ਥੋੜ੍ਹਾ ਜਿਹਾ ਸਹੀ ਕਰ ਲਿਓ, ਕੁਐਸਚਨ ਥੋੜ੍ਹਾ ਜਿਹਾ ਮਿਸਟੇਕ ਹੈ। ਆਲਵੇਜ ਮਲਟੀਪਲ ਆਫ ਦੱਸਣਾ ਹੈ। ਕਹਿੰਦੇ ਇਹਨਾਂ ਦੇ ਵਿੱਚੋਂ ਕਹਿੰਦੇ ਕੋਈ ਵੀ ਨੰਬਰ, ਤਿੰਨਾਂ ਦੇ ਵਿੱਚੋਂ ਇੱਕ ਕੋਈ ਵੀ ਹੋ ਸਕਦਾ। ਉਹ ਕਹਿੰਦੇ ਹਮੇਸ਼ਾ ਕਿਹਦੇ ਦਾ ਗੁਣਜ ਹੋਊਗਾ? 2 ਦਾ, 3 ਦਾ, 5 ਦਾ ਜਾਂ 7 ਦਾ। ਤਾਂ ਇਹ ਡਿਪੈਂਡ ਕਰਦਾ a ਦੀ ਵੈਲਿਊ ਤੇ। ਪਹਿਲੀ ਗੱਲ ਤਾਂ ਮੰਨ ਲਓ ਬੇਟਾ ਜੇ a ਦੀ ਵੈਲਿਊ 1 ਹੋ ਗਈ ਤਾਂ ਪਹਿਲਾ ਨੰਬਰ ਜੇ 1 ਹੈ ਤਾਂ ਦੂਸਰਾ ਨੰਬਰ 2 ਉਸ ਤੋਂ ਵੱਧ ਹੈ। 1 ਤੇ 2 3 ਹੋਊਗਾ। ਤੀਸਰਾ ਨੰਬਰ ਕਿੰਨਾ ਹੋਊਗਾ? 4 ਵੱਧ ਹੋਊਗਾ। 1 4 ਜੋੜਾਂ ਕਿੰਨਾ ਆ ਗਿਆ? 5। ਤਾਂ ਨੰਬਰ ਇਹ ਹੋਣਗੇ। ਜੇ ਮੰਨ ਲਓ ਪਹਿਲਾ ਨੰਬਰ 2 ਹੋ ਗਿਆ, ਜੇ ਪਹਿਲਾ ਨੰਬਰ ਕੀ ਹੈ 2 ਹੈ ਤਾਂ ਅਗਲੇ ਨੰਬਰ ਕੀ ਹੋਣਗੇ? 2 ਤੇ 3, 2 ਤੇ 2 4, ਫਿਰ ਅੱਗੇ 4 ਜੋੜਾਂਗੇ 6। ਇਸ ਤਰੀਕੇ ਨਾਲ ਹੋਣਗੇ। ਜੇ ਪਹਿਲਾ ਨੰਬਰ 3 ਹੋ ਗਿਆ ਤਾਂ ਅਗਲਾ ਨੰਬਰ ਕੀ ਹੋ? 3 ਤੇ 2 5, ਫਿਰ 3 ਤੇ 4 7। ਇਸ ਤਰੀਕੇ ਨਾਲ। ਜੇ ਪਹਿਲਾ ਨੰਬਰ ਸਾਡੇ ਕੋਲ 4 ਹੈ, ਅਗਲਾ 2 ਵੱਧ 4 ਤੇ 2 6, ਫਿਰ ਅਗਲਾ 4 ਵੱਧ 4 ਤੇ 4 8। ਇਸ ਤਰੀਕੇ ਨਾਲ ਹੋਊਗਾ। ਯਾਨੀ ਕੰਟੀਨਿਊਸ ਹੈ। ਦੇਖੋ 1 2 3 4, ਇੱਥੇ ਅੱਗੇ 5 ਆਊਗਾ, ਫਿਰ 6, ਫਿਰ 7, ਇੱਥੇ ਵੀ ਉਵੇਂ 3 4 5 6 7 8, ਇੱਥੇ ਆਊਗਾ 5 6 7 8 9 10।
ਤਾਂ ਤੁਸੀਂ ਧਿਆਨ ਨਾਲ ਦੇਖੋ, ਪਹਿਲੇ ਜਿਹੜੇ ਤਿੰਨੇ ਨੰਬਰ ਸੀ ਉਹਨਾਂ ਦੇ ਵਿੱਚ ਜਿਹੜਾ 3 ਹੈ, ਦੇਖੋ 3 ਤੇ ਡਿਵਾਈਡ ਹੋ ਰਿਹਾ। ਅਗਲੇ ਜਿਹੜੇ ਤਿੰਨ ਨੰਬਰ ਸੀ ਉਹਨਾਂ ਦੇ ਵਿੱਚ 6 ਹੈ ਜਿਹੜਾ 3 ਦੇ ਡਿਵਾਈਡ ਹੋ ਰਿਹਾ, 3 ਤੇ ਭਾਗ ਹੋ ਰਿਹਾ। ਅਗਲੇ ਜਿਹੜੇ ਸਾਡੇ ਕੋਲੇ 3 ਸੀ ਉਹਨਾਂ ਦੇ ਵਿੱਚੋਂ ਫਿਰ 3 ਹੈ ਜਿਹੜਾ 3 ਤੇ ਭਾਗ ਹੋ ਰਿਹਾ। ਅਗਲੇ ਜਿਹੜੇ 3 ਸੀ ਉਹਨਾਂ ਦੇ ਵਿੱਚੋਂ 6 3 ਤੇ ਭਾਗ ਹੋ ਰਿਹਾ ਹੈਗਾ। ਉਦੋਂ ਅਗਲਿਆਂ ਦੇ ਵਿੱਚ 9 3 ਤੇ ਭਾਗ ਹੋ ਰਿਹਾ। ਇਸ ਤਰੀਕੇ ਨਾਲ ਕੰਟੀਨਿਊਸ ਇਹ ਚੱਲ ਰਹੇ ਹੈ। ਤੇ ਇੱਥੇ ਥੋੜੀ ਅੱਗੇ ਸੀ ਸਾਡੇ ਕੋਲ 7, ਇੱਥੇ ਫਿਰ 6 ਹੋ ਰਿਹਾ। ਅੱਗੇ ਇੱਥੇ ਆ ਜਾਓ ਸਾਡੇ ਕੋਲ 7 9 ਤੇ 11, ਇੱਥੇ 9 ਭਾਗ ਹੋ ਜਾਏਗਾ। ਠੀਕ ਹੈ, ਤਾਂ ਅਸੀਂ ਦੇਖਿਆ ਹਰ ਵਾਰ ਜਿੰਨੇ ਵੀ ਜਦੋਂ ਵੀ ਅਸੀਂ ਤਿੰਨੇ ਨੰਬਰ ਪ੍ਰਾਪਤ ਕੀਤੇ ਤਾਂ ਉਹਨਾਂ ਦੇ ਵਿੱਚੋਂ ਇੱਕ ਨੰਬਰ ਹਰ ਵਾਰ 3 ਤੇ ਜ਼ਰੂਰ ਭਾਗ ਹੋ ਰਿਹਾ, ਤੇ ਜਾਣੀ 3 ਦਾ ਕੀ ਆ ਉਹ ਗੁਣਜ ਹੈ, 3 ਦਾ ਕੀ ਆ ਉਹ ਮਲਟੀਪਲ ਹੈ। ਤਾਂ ਇਹੀ ਸਾਡੇ ਕੋਲੇ ਕੀ ਇਹਦਾ ਐਗਜ਼ੈਕਟ ਆਨਸਰ ਹੈ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੰਬਰ ਇਸ ਤਰ੍ਹਾਂ ਦਾ ਹੈ ਜਿਹੜਾ ਹਰ ਵਾਰ 3 ਤੇ ਭਾਗ ਹੋ ਰਿਹਾ। ਚਲੋ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਇਹ NCERT ਦਾ ਬੇਟਾ ਕੁਐਸਚਨ ਸੀ, NCERT ਦੀ ਬੁੱਕ ਤੇ ਸੀਗਾ ਇਹ ਕੁਐਸਚਨ, ਉਥੋਂ ਲਿਆ ਗਿਆ ਹੈਗਾ। ਅਗਲਾ ਪ੍ਰਸ਼ਨ ਸਾਡੇ ਕੋਲੇ, ਜੇਕਰ P ਇੱਕ ਅਭਾਜ ਸੰਖਿਆ ਹੈ, P ਕੋਈ ਪ੍ਰਾਈਮ ਨੰਬਰ ਹੈਗਾ, ਤਾਂ P ਕਹਿੰਦੇ ਕੇ ਸਕੁਏਅਰ ਨੂੰ ਬਣਦਾ ਹੈ, ਤਾਂ P ਕਿਸ ਨੂੰ ਵੰਡੇਗਾ? 4 ਆਪਸ਼ਨ ਸਾਨੂੰ ਦਿੱਤੇ ਹੋਏ। ਇਹ ਜਦੋਂ ਅਸੀਂ ਨੈਸ ਦੇ ਪੇਪਰ ਦੀ ਤਿਆਰੀ ਕੀਤੀ ਸੀ, ਕਰ ਰਹੇ ਸੀ ਆਪਾਂ ਸੈਂਪਲ ਪੇਪਰ, ਉੱਥੇ ਵੀ ਇਹ ਬੇਟਾ ਕੁਐਸਚਨ ਪੁੱਛਿਆ ਗਿਆ ਸੀ। ਤਾਂ ਯਾਦ ਰੱਖਣਾ ਹੈ ਕੋਈ ਅਭਾਜ ਸੰਖਿਆ ਜੇ ਕੇ ਸਕੁਏਅਰ ਨੂੰ ਭਾਗ ਕਰਦੀ ਹੈ ਤਾਂ ਉਹ ਕੇ ਨੂੰ ਵੀ ਪੂਰਾ ਭਾਗ ਕਰੂਗੀ। ਜੇ ਕੋਈ ਪ੍ਰਾਈਮ ਨੰਬਰ ਹੈ ਉਹ ਕੇ ਸਕੁਏਅਰ ਨੂੰ ਡਿਵਾਈਡ ਕਰਦਾ ਹੈ ਤਾਂ ਉਹ ਕੇ ਨੂੰ ਵੀ ਡਿਵਾਈਡ ਕਰੂਗਾ। ਤਾਂ ਇਸ ਗੱਲ ਨੂੰ ਯਾਦ ਰੱਖਣਾ ਹੈ। ਉਸ ਤੋਂ ਬਾਅਦ ਅੱਗੇ ਪਾਈ ਕੀ ਹੈ ਦੱਸਣਾ ਹੈ, ਇੱਕ ਰੈਸ਼ਨਲ ਨੰਬਰ ਹੈ ਜਾਂ ਇਰਰੈਸ਼ਨਲ ਨੰਬਰ ਹੈ ਜਾਂ ਵਾਸਤਵਿਕ ਸੰਖਿਆ ਨਹੀਂ ਹੈ, ਇਸ ਤਰ੍ਹਾਂ ਦਾ ਕੁਐਸਚਨ ਇਹ। ਤਾਂ ਪਾਈ ਬੇਟਾ ਯਾਦ ਰੱਖਣਾ ਹੈ, ਜਿਹੜੀ ਪਾਈ ਦੀ ਵੈਲਿਊ ਹੁੰਦੀ ਹੈ ਉਹ 22/7 ਦੇ ਬਰਾਬਰ ਨਹੀਂ ਹੁੰਦੀ, ਨਾ ਹੀ 3.14 ਦੇ ਬਰਾਬਰ ਹੁੰਦੀ ਹੈ। ਇਹ ਜਿਹੜੀ ਵੈਲਿਊ ਹੈ ਇਹਨਾਂ ਦੇ ਕੀ ਹੁੰਦੀ ਹੈ, ਅਪਰੋਕਸੀਮੇਟਲੀ ਇਕੁਅਲ ਹੁੰਦੀ ਹੈ, ਲਗਭਗ ਬਰਾਬਰ ਹੁੰਦੀ ਹੈ, ਇਹਦੇ ਨਜ਼ਦੀਕ ਹੁੰਦੀ ਹੈ। ਠੀਕ ਹੈ, ਅਪਰੋਕਸੀਮੇਟਲੀ ਇਕੁਅਲ ਹੁੰਦੀ ਹੈ, ਨਾ ਕਿ ਬਰਾਬਰ। ਅਸੀਂ ਕੁਐਸਚਨ ਨੂੰ ਸਿਰਫ ਸੋਲਵ ਕਰਨ ਵਾਸਤੇ ਵੈਲਿਊ ਪੁੱਟ ਕਰ ਲੈਂਦੇ ਹਾਂ, ਐਕਚੁਅਲ ਦੇ ਵਿੱਚ ਇਹ ਵੈਲਿਊ ਇਹਦੇ ਬਰਾਬਰ ਨਹੀਂ ਹੁੰਦੀ। ਜਿਹੜਾ ਪਾਈ ਹੈ ਇੱਕ, ਉਹਦਾ ਜਿਹੜਾ ਦਸ਼ਮਲਵ ਰੂਪ ਹੈ ਉਹ ਅਸ਼ਾਂਤ ਯਾਨੀ ਨੋਨ ਟਰਮੀਨੇਟਿੰਗ ਔਰ ਅਨਆਵਰਤੀ ਹੈ। ਤਾਂ ਇਸ ਤਰ੍ਹਾਂ ਦੀ ਜਿਹੜੀ ਸੰਖਿਆ ਹੁੰਦੀ ਹੈ ਜਿਹਦਾ ਦਸ਼ਮਲਵ ਰੂਪ ਨਾ ਖਤਮ ਹੁੰਦਾ ਹੈ ਨਾ ਰਿਪੀਟ ਹੁੰਦਾ ਹੈ, ਉਹ ਕਿਹੜੀ ਸੰਖਿਆ ਹੁੰਦੀ ਹੈ ਬੇਟਾ? ਉਹ ਹੁੰਦੀ ਹੈ ਅਪਰਿਮੇਯ ਸੰਖਿਆ, ਇਰਰੈਸ਼ਨਲ ਨੰਬਰ। ਤਾਂ ਇਹ ਜਿਹੜਾ ਸਾਡੇ ਕੋਲੇ ਨੰਬਰ ਸੀਗਾ ਇਹ ਕਿਹੜਾ ਨੰਬਰ ਹੈਗਾ? ਪਾਈ ਹਮੇਸ਼ਾ ਕੀ ਹੁੰਦਾ ਹੈਗਾ? ਇਰਰੈਸ਼ਨਲ ਅਪਰਿਮੇਯ ਸੰਖਿਆ ਹੁੰਦੀ ਹੈ। ਬੇਟਾ ਗੱਲ ਨੂੰ ਤੁਸੀਂ ਯਾਦ ਰੱਖਣਾ ਹੈਗਾ। ਪਾਈ ਹੈ ਜਿਹੜਾ ਕੀ ਹੈ ਇੱਕ ਇਰਰੈਸ਼ਨਲ ਨੰਬਰ ਹੈ, ਇੱਕ ਆਪਰਿਮੇਯ ਸੰਖਿਆ, ਕਿਉਂਕਿ ਜਿਹੜਾ ਪਾਈ ਦਾ ਦਸ਼ਮਲਵ ਰੂਪ ਹੈ ਉਹ ਅਸ਼ਾਂਤ ਅਨਵਰਤੀ ਹੈ। ਠੀਕ ਹੈ, ਤਾਂ ਅੱਗੇ ਚੱਲਦੇ ਹਾਂ। ਅਗਲਾ ਪ੍ਰਸ਼ਨ ਦੇਖੋ, ਫਿਰ ਇਹੀ ਪੁੱਛ ਲਿਆ ਸਾਨੂੰ ਪਾਈ ਦੇ ਉੱਪਰ ਹੀ। ਪਾਈ ਦਾ ਜਿਹੜਾ ਦਸ਼ਮਲਵ ਰੂਪ ਹੈ ਕਿਸ ਤਰ੍ਹਾਂ ਦਾ ਹੋਊਗਾ? ਹੁਣੀ ਮੈਂ ਦੱਸ ਕੇ ਹਟਿਆ, ਅਸ਼ਾਂਤ ਔਰ ਗੈਰ ਆਵਰਤੀ ਯਾਨੀ ਨੋਨ ਟਰਮੀਨੇਟਿੰਗ, ਨਾ ਹੀ ਰਿਪੀਟ ਹੁੰਦਾ ਹੈ ਔਰ ਨਾ ਹੀ ਉਹ ਖਤਮ ਹੁੰਦਾ ਹੈ। ਤਾਂ ਇਸ ਤਰ੍ਹਾਂ ਦਾ ਜਿਹੜਾ ਦਸ਼ਮਲਵ ਰੂਪ ਹੁੰਦਾ ਉਹ ਪਾਈ ਦਾ ਹੁੰਦਾ ਹੈ। ਬਹੁਤ ਸਾਰੇ ਜਿਹੜੇ ਸਾਇੰਟਿਸਟ ਹੈ ਉਹਨਾਂ ਨੇ ਇਹ ਖੋਜ ਕੀਤੀ ਹੈ, ਪਰ ਬਹੁਤ ਹੀ ਦਸ਼ਮਲਵ ਸਥਾਨ ਤੱਕ, ਮਿਲੀਅਨ ਤੱਕ ਇਸ ਦੀ ਜਾਂਚ ਕਰ ਚੁੱਕੇ ਹੈ, ਪਰ ਜਿਹੜਾ ਇਹ ਦਸ਼ਮਲਵ ਰੂਪ ਹੈ ਹਰ ਵਾਰ ਕੀ ਹੋ ਰਿਹਾ ਹੈਗਾ? ਅਸ਼ਾਂਤ ਅਨਵਰਤੀ। ਤਾਂ ਅਗਲਾ ਪ੍ਰਸ਼ਨ, 1/2 ਪਾਈ ਦੀ ਵੈਲਿਊ ਪੁੱਛੀ ਹੋਈ ਹੈ। 1/2 ਪਾਈ, ਜਦੋਂ ਬੇਟਾ ਸਾਡੇ ਕੋਲ ਪਾਈ ਆ ਗਿਆ, ਜਿਵੇਂ ਸਾਡੇ ਕੋਲ √3 ਆ ਜਾਂਦਾ ਕਈ ਵਾਰ ਸਾਡੇ ਕੋਲ √5 ਬਾਰੇ ਪੁੱਛ ਲੈਂਦੇ ਆ, ਕਈ ਵਾਰ ਸਾਨੂੰ √7 ਬਾਰੇ ਪੁੱਛ ਲੈਂਦੇ ਆ, ਕਈ ਵਾਰ ਸਾਨੂੰ √11 ਬਾਰੇ ਪੁੱਛ ਲੈਂਦੇ। ਇਸ ਤਰ੍ਹਾਂ ਦੇ ਜਿਹੜੇ ਨੰਬਰ ਹੋਣਗੇ ਜਾਂ ਪਾਈ ਹੋਊਗਾ ਤਾਂ ਉਹ ਸਾਰੇ ਦੇ ਸਾਰੇ ਹੀ ਕੀ ਹੁੰਦੇ ਹੈ? ਅਪਰਿਮੇਯ ਸੰਖਿਆ ਯਾਨੀ ਐਨ ਇਰਰੈਸ਼ਨਲ ਨੰਬਰ ਹੁੰਦਾ। ਤਾਂ ਆਹ ਥੋੜ੍ਹਾ ਜਿਹਾ ਪੰਜਾਬੀ ਦੇ ਵਿੱਚ ਬੇਟਾ ਇੱਥੇ ਗਲਤ ਲਿਖਿਆ ਹੋਇਆ, ਇੱਥੇ ਤੁਸੀਂ ਇਹਨੂੰ ਸਹੀ ਕਰ ਲਓ। ਜਿਹੜਾ ਇਹ ਕਿਹੜੀ ਸੰਖਿਆ ਹੁੰਦੀ ਹੈ? ਅਪਰਿਮੇਯ ਸੰਖਿਆ ਹੁੰਦੀ ਹੈ ਯਾਨੀ ਇਰਰੈਸ਼ਨਲ ਨੰਬਰ। ਤਾਂ ਇਹ ਬੇਟਾ ਧਿਆਨ ਨਾਲ ਇਹਨੂੰ ਨੋਟ ਕਰ ਲਓ। ਅਗਲਾ ਸਾਡੇ ਕੋਲ ਦੇਖੋ ਪ੍ਰਸ਼ਨ ਕੀ ਹੈ, ਜੇਕਰ A ਅਤੇ B ਦੋ ਧਨਾਤਮਕ ਸੰਪੂਰਨ ਸੰਖਿਆਵਾਂ ਹਨ, ਪੋਜ਼ਿਟਿਵ ਇੰਟੀਜਰ ਹੈ, A ਤੇ B ਕੀ ਹੈ? ਦੋ ਪੋਜ਼ਿਟਿਵ ਇੰਟੀਜਰ, ਤਾਂ ਕਹਿੰਦੇ HCF ਹੈ AB ਦਾ ਔਰ LCM ਹੈ AB ਦਾ, ਉਹ ਕਿਸ ਦੇ ਬਰਾਬਰ ਹੋਊਗਾ? ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਬੇਟਾ, HCF ਔਰ LCM ਦੋਨਾਂ ਦੀ ਜਿਹੜੀ ਪ੍ਰੋਡਕਟ ਹੁੰਦੀ ਹੈ ਉਹ ਕਿਸ ਦੇ ਬਰਾਬਰ ਹੁੰਦੀ ਹੈ? ਪਹਿਲੀ ਸੰਖਿਆ ਗੁਣਾ ਦੂਸਰੀ ਸੰਖਿਆ। ਇਹ ਪਹਿਲਾਂ ਵੀ ਆਪਾਂ ਇੱਕ ਵਾਰ ਰਿਜ਼ਲਟ ਪੜ੍ਹ ਚੁੱਕੇ ਹਾਂ, ਦੁਬਾਰਾ ਫਿਰ ਮੈਂ ਰਿਪੀਟ ਕਰਤਾ। ਦੋ ਸੰਖਿਆਵਾਂ ਦਾ ਜਿਹੜਾ ਗੁਣਨਫਲ ਹੁੰਦਾ ਹੈ
ਉਹ ਕਿਸ ਦੇ ਬਰਾਬਰ ਹੁੰਦਾ ਹੈ? HCF ਔਰ LCM ਦੀ ਪ੍ਰੋਡਕਟ ਦੇ ਬਰਾਬਰ ਹੁੰਦਾ ਹੈ। ਹੁਣ ਪਹਿਲੀ ਸੰਖਿਆ ਸਾਡੇ ਕੋਲ ਉਹਨਾਂ ਨੇ ਕਿਹਾ A ਸੀ ਔਰ ਦੂਸਰੀ ਸੰਖਿਆ ਕੀ ਹੈ? B ਹੈ, ਕਿਉਂਕਿ ਜਿਹੜਾ HCF ਹੈ ਉਹ ਕਿਸ ਦਾ ਹੈ? AB ਦਾ, ਔਰ LCM ਵੀ ਕਿਸ ਦਾ ਹੈ? AB ਦਾ। ਤਾਂ ਦੋਨਾਂ ਦੀ ਗੁਣਾ ਦੇ ਕੀ ਹੋਊਗਾ? ਇਹ ਬਰਾਬਰ ਹੋਊਗਾ। ਤਾਂ ਦੇਖੋ ਫਸਟ ਆਪਸ਼ਨ ਇਜ਼ ਰਾਈਟ ਆਂਸਰ। ਬਹੁਤ ਹੀ ਆਸਾਨ ਕੁਐਸਚਨ। ਅਗਲਾ ਪ੍ਰਸ਼ਨ, ਦੋ ਸੰਖਿਆਵਾਂ ਦਾ HCF 1 ਹੈ, ਦੋ ਸੰਖਿਆਵਾਂ ਦਾ ਜਿਹੜਾ ਮਹੱਤਮ ਸਮਾਪਵਰਤਕ 1 ਦਿੱਤਾ ਹੋਇਆ ਹੈ, ਤਾਂ ਦੋ ਸੰਖਿਆਵਾਂ ਨੂੰ ਕੀ ਕਿਹਾ ਜਾ ਸਕਦਾ? ਇਹ ਬੇਟਾ ਯਾਦ ਰੱਖੋ, ਜਿਨ੍ਹਾਂ ਸੰਖਿਆਵਾਂ ਦੇ ਵਿੱਚ ਕੋਈ ਗੁਣਨਖੰਡ ਸਾਂਝਾ ਨਹੀਂ ਹੁੰਦਾ 1 ਤੋਂ ਇਲਾਵਾ, ਯਾਨੀ ਉਹ ਸੰਖਿਆਵਾਂ ਕੀ ਹੁੰਦੀਆਂ? ਸਹਿ ਅਭਾਜ ਹੁੰਦੀਆਂ ਇੱਕ ਦੂਸਰੇ ਦੇ ਨਾਲ, ਜਿਹੜੀਆਂ ਕੋਈ ਸਾਂਝਾ ਗੁਣਨਖੰਡ ਨਹੀਂ ਬਣਾਉਂਦੀਆਂ। ਜਿਵੇਂ ਮੰਨ ਲਓ ਜੇ ਅਸੀਂ 6 ਤੇ 8 ਲੈਂਦੇ ਹਾਂ ਤਾਂ ਇਹ ਸਹਿ ਅਭਾਜ ਨਹੀਂ ਹੈਗੀਆਂ। ਕਿਉਂ ਨਹੀਂ ਹੈਗੀਆਂ? 6 ਦੇ ਗੁਣਨਖੰਡ ਕੀ ਹੈ? 2 ਤੀਆ 6 ਲਿਖ ਲਿਆ। 8 ਦੇ ਗੁਣਨਖੰਡ ਕੀ ਬਣ ਗਏ? 2 ਗੁਣਾ 2 4 4 ਦੂਣੀ 8। ਤਾਂ ਇਹਨਾਂ ਦੇ ਵਿੱਚ 1 ਤੋਂ ਬਿਨਾਂ ਸਾਂਝਾ ਗੁਣਨਖੰਡ ਕੀ ਹੈ? 2 ਹੈ। ਤਾਂ ਇਸ ਕਰਕੇ ਜਿਹੜੀਆਂ ਇਹ ਦੋ ਸੰਖਿਆਵਾਂ ਸੀ ਇਹ ਸਹਿ ਅਭਾਜ ਨਹੀਂ ਹੈਗੀਆਂ। ਜੇ ਇਸੇ ਤਰ੍ਹਾਂ ਅਸੀਂ ਇੱਕ ਸੰਖਿਆ 8 ਔਰ ਇੱਕ ਸੰਖਿਆ 9 ਲੈਂਦੇ ਹਾਂ ਤਾਂ 8 ਦੇ ਜੇ ਅਸੀਂ ਗੁਣਨਖੰਡ ਕੀਤੇ, ਦੇਖੋ 2 ਗੁਣਾ 2 ਗੁਣਾ 2, 2 ਦੂਣੀ 4 4 ਦੂਣੀ 8, ਔਰ 9 ਦੇ ਜੇ ਅਸੀਂ ਗੁਣਨਖੰਡ ਕੀਤੇ ਉਹ ਬਣ ਗਏ 3 ਗੁਣਾ 3। ਤਾਂ ਇੱਥੇ ਕੋਈ ਸਾਂਝਾ ਗੁਣਨਖੰਡ ਸਾਨੂੰ ਨਹੀਂ ਮਿਲ ਰਿਹਾ। ਜਿੱਥੇ ਕੋਈ ਸਾਂਝਾ ਗੁਣਨਖੰਡ ਨਹੀਂ ਹੈਗਾ ਉੱਥੇ ਸਾਂਝਾ ਗੁਣਨਖੰਡ ਹੁੰਦਾ 1। ਠੀਕ ਹੈ, ਤਾਂ ਇਸ ਕਰਕੇ ਇਹ ਜਿਹੜੀਆਂ ਦੋ ਸੰਖਿਆਵਾਂ ਸੀ 8 ਤੇ 9 ਇਹ ਸਹਿ ਅਭਾਜ ਹੈਗੀਆਂ, ਇਹ ਯੈਸ ਹੈ। ਠੀਕ ਹੈ, ਤਾਂ ਹੁਣ ਤੁਹਾਨੂੰ ਇਹ ਗੱਲ ਤੁਸੀਂ ਯਾਦ ਰੱਖੋ, ਜੇ ਕੋਈ ਦੋ ਸੰਖਿਆਵਾਂ ਹੈ ਉਹਨਾਂ ਦਾ HCF 1 ਹੈ, ਮਤਲਬ ਉਹਨਾਂ ਦੇ ਵਿੱਚ ਕੋਈ ਸਾਂਝਾ ਗੁਣਨਖੰਡ 1 ਤੋਂ ਇਲਾਵਾ ਹੋਰ ਨਹੀਂ ਹੈਗਾ, ਤਾਂ ਉਹ ਜਿਹੜੀਆਂ ਸੰਖਿਆਵਾਂ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਸਹਿ ਅਭਾਜ ਯਾਨੀ ਕੋ ਪ੍ਰਾਈਮ ਕਿਹਾ ਜਾਂਦਾ ਹੈ। ਤਾਂ ਇਹਨੂੰ ਯਾਦ ਰੱਖਣਾ। ਅਗਲਾ ਪ੍ਰਸ਼ਨ ਦੇਖੋ 16th ਕੁਐਸਚਨ। ਸਾਡੇ ਕੋਲ ਇੱਕ ਸੰਖਿਆ 89/1500, ਉਸ ਦਾ ਦਸ਼ਮਲਵ ਪ੍ਰਸਾਰ ਸਾਨੂੰ ਪੁੱਛਿਆ ਹੋਇਆ ਕਿਸ ਤਰ੍ਹਾਂ ਦਾ ਹੋਊਗਾ, ਇਹ ਅਸੀਂ ਦੱਸਣਾ ਹੈਗਾ। ਇਹਨੂੰ ਥੋੜ੍ਹਾ ਜਿਹਾ ਬੇਟਾ ਸਾਨੂੰ ਸੋਲਵ ਕਰਨਾ ਪਊਗਾ। ਕਿਵੇਂ? 89 ਜਿਹੜੀ ਸਾਡੇ ਕੋਲ ਨੰਬਰ ਹੈਗਾ, ਦੇਖੋ ਉੱਪਰ ਦਿੱਤਾ ਹੋਇਆ ਜਿਹੜਾ ਨੰਬਰ ਹੈ ਇਹ ਤਾਂ ਇੱਕ ਅਭਾਜ ਸੰਖਿਆ ਹੈ, ਇਹ ਕਿਸੇ ਦੇ ਟੇਬਲ ਦੇ ਵਿੱਚ ਨਹੀਂ ਆਉਂਦੀ, ਸਾਨੂੰ ਪਤਾ ਹੈ। ਹੁਣ ਜਿਹੜਾ ਹੇਠਾਂ ਸਾਡੇ ਕੋਲ ਸੰਖਿਆ ਸੀਗੀ, ਜਦੋਂ ਅਸੀਂ ਸੰਖਿਆ ਨੂੰ P/Q ਦੀ ਫਾਰਮ 'ਚ ਲਿਖਦੇ ਹਾਂ ਸਾਨੂੰ Q ਤੋਂ ਪਤਾ ਚੱਲੂਗਾ ਵੀ ਜਿਹੜਾ ਉਹਦਾ ਦਸ਼ਮਲਵ ਪ੍ਰਸਾਰ ਹੈ ਸੰਖਿਆ ਦਾ ਕਿਸ ਤਰ੍ਹਾਂ ਦਾ ਹੈ। ਅਸੀਂ 1500 ਦੇ ਪਹਿਲਾਂ ਗੁਣਨਖੰਡ ਕੀਤੇ, ਹੇਠਾਂ ਜਿਹੜੀ ਵੈਲਿਊ ਹੈ Q ਹੈ, ਇਹਨੂੰ P/Q 'ਚ ਲਿਖਿਆ। Q ਦੀ ਵੈਲਿਊ ਕਿੰਨੀ ਸਾਡੇ ਕੋਲੇ? 1500। ਤਾਂ ਅਸੀਂ ਇਹਦੇ ਫੈਕਟਰ ਕਰਨੇ ਆ, ਪਹਿਲਾਂ 1500 ਦੇ ਗੁਣਨਖੰਡ ਬਣਾਉਣੇ। ਪਹਿਲਾਂ ਇਹ 2 ਤੇ ਵੰਡਿਆ ਗਿਆ, ਕਿੰਨਾ ਆ ਜੂਗਾ? 750। ਫਿਰ 2 ਤੇ ਵੰਡਾਂਗੇ ਇਹਨੂੰ, 2 ਤੀਏ 6, ਤੇ ਉਸ ਤੋਂ ਬਾਅਦ 2 7 14, 2 5 10, ਫਿਰ 2 ਤੇ ਨਹੀਂ ਜਾਂਦਾ, ਉਸ ਤੋਂ ਬਾਅਦ ਜਾ ਰਿਹਾ ਇਹ 3 ਤੇ, ਤਾਂ 3 ਤੇ ਵੰਡਾਂਗੇ, 3 ਏਕਮ 3, 3 ਦੂਣੀ 6, 3 5 15, ਫਿਰ 5 ਤੇ ਵੰਡਿਆ ਗਿਆ, ਇਹ 25 5 125, ਔਰ ਫਿਰ 5 ਗੁਣਾ 5 25, 5 ਏਕਮ 5। ਤਾਂ ਸਾਨੂੰ ਪਤਾ ਕੀ ਚੱਲਿਆ, 1500 ਦੇ ਜਿਹੜੇ ਗੁਣਨਖੰਡ ਸੀ, ਦੇਖੋ 2 ਕਿੰਨੇ ਵਾਰ ਆ ਉਹਦੇ 'ਚ? 2 ਵਾਰ, ਇਹ ਬਣ ਗਿਆ 2 ਦੀ ਪਾਵਰ 2 ਗੁਣਾ 3 ਕਿੰਨੇ ਵਾਰ ਹੈ? 1 ਵਾਰ, 3 ਦੀ ਪਾਵਰ 1 ਗੁਣਾ 5 ਦੀ ਪਾਵਰ 3, 5 3 ਵਾਰ ਹੈ। ਤਾਂ ਹੁਣ ਜਿਹੜਾ ਇਹ ਨੰਬਰ ਸੀ 89/1500, ਇਹਨੂੰ ਕੀ ਲਿਖ ਸਕਦੇ ਹਾਂ ਅਸੀਂ? ਇਹਨੂੰ ਲਿਖ ਸਕਦੇ ਹਾਂ 89/2 ਦੀ ਪਾਵਰ ਦੇਖੋ 2, 3 ਦੀ ਪਾਵਰ 1, 5 ਦੀ ਪਾਵਰ 3। ਇਹਦੇ ਗੁਣਨਖੰਡ ਬਣ ਗਏ 1500 ਦੇ। ਜੇ ਤਾਂ ਇਹ 3 ਕੱਟਿਆ ਜਾਂਦਾ ਉੱਪਰ, ਇਹ ਕੈਂਸਲ ਨਹੀਂ ਹੋ ਰਿਹਾ ਕਿਉਂਕਿ 89 ਕਿਸੇ ਦੇ ਟੇਬਲ 'ਚ ਆਉਂਦਾ ਹੀ ਨਹੀਂ। ਜੇ ਤਾਂ 3 ਕੱਟਿਆ ਜਾਂਦਾ ਹੇਠਾਂ ਤੋਂ, ਫਿਰ ਤਾਂ ਇਹ ਬਣ ਜਾਂਦੇ ਇਸ ਫਾਰਮ ਦੇ ਵਿੱਚ 2 ਦੀ ਪਾਵਰ m, 5 ਦੀ ਪਾਵਰ n। ਪਹਿਲਾਂ ਵੀ ਮੈਂ ਤੁਹਾਨੂੰ ਦੱਸੀ ਸੀ ਇਹ ਫਾਰਮ। ਹੁਣ ਇਸ ਫਾਰਮ ਦੇ ਵਿੱਚ ਨਹੀਂ ਹੈਗੇ। ਕਿਉਂ ਹੈ ਨਹੀਂ? ਕਿਉਂਕਿ ਜਿਹੜਾ 3 ਹੈ, 3 ਦੀ ਪਾਵਰ 1 ਹੈ, ਉਹ ਐਕਸਟਰਾ ਆ ਗਿਆ। ਤਾਂ ਇਸ ਫਾਰਮ ਦੇ ਵਿੱਚ ਇਹ ਨਹੀਂ ਹੈਗੇ, ਇਸ ਫਾਰਮ ਦੇ ਵਿੱਚ ਨਹੀਂ ਹੈਗੇ। ਠੀਕ ਹੈ, ਜਿਹੜਾ Q ਹੈ ਉਹ 2 ਦੀ ਪਾਵਰ m ਔਰ 5 ਦੀ ਪਾਵਰ n ਇਸ ਰੂਪ ਵਿੱਚ ਨਹੀਂ ਹੈਗਾ। ਤਾਂ ਜਦੋਂ ਇਸ ਫਾਰਮ ਦੇ ਵਿੱਚ ਨਹੀਂ ਹੁੰਦਾ ਉਦੋਂ ਜਿਹੜਾ ਦਸ਼ਮਲਵ ਰੂਪ ਹੈ ਉਦੋਂ ਕੀ ਆਉਂਦਾ? ਉਹ ਨੋਨ ਟਰਮੀਨੇਟਿੰਗ, ਸੌਰੀ, ਉਦੋਂ ਜਿਹੜਾ ਦਸ਼ਮਲਵ ਰੂਪ ਕੀ ਹੁੰਦਾ? ਅਸ਼ਾਂਤ ਆਵਰਤੀ।